जिंदाबाद। देखिए, 2 दिन पहले निगम कर्मचारी ही मेयर के खिलाफ नारेबाजी कर रहे थे। आज निगम कमिश्नर और मेयर के जो पक्ष में जिंदाबाद के नारे लगाए जा रहे हैं। बहुत ही सूझबूझ के साथ इनका जो तमाम मांगे मांग ली गई, इनसे बात करते हैं। हमारे साथ हैं यूनियन के नेता आशू नाहर। आशू जी नमस्कार जी। नमस्कार सर। नमस्कार। आशू जी, ਤੁਹਾਡੀਆਂ ਜਿਹੜੀਆਂ ਡਿਮਾਂਡ ਸੀਗੀਆਂ ਅੱਜ ਮੀਟਿੰਗ ਹੋਈ ਹੈ ਤੁਹਾਡੀ ਤੇ ਉਹ ਡਿਮਾਂਡਸ ਸਾਰੀਆਂ ਮੰਨ ਲਈਆਂ ਗਈਆਂ? ਦੇਖੋ ਜੀ, ਆ ਸਾਡੇ ਮੈਡਮ ਕਮਿਸ਼ਨਰ ਕੋਮਲ ਮਿੱਤਲ ਜੀ ਸਾਡੇ ਬੌਸ ਵੱਲੋਂ ਸਾਨੂੰ ਇੱਕ ਕਾਲ ਸੀ ਵੀ ਅੱਜ 4 ਵਜੇ ਮੈਡਮ ਮੀਟਿੰਗ ਲੈਣਗੇ। ਤਾਂ ਅੱਜ ਮੈਡਮ ਦੇ ਨਾਲ ਸਾਡੀ ਮੀਟਿੰਗ ਹੋਈ ਆ ਤੇ ਸਾਡੀਆਂ ਸਿਰਫ ਕੱਲ ਦੀ ਕਮੇਟੀ ਦੇ ਨਾਲ ਵੀ ਕਾਫੀ ਅੱਧੋ ਜ਼ਿਆਦਾ ਖਤਮ ਹੋ ਗਈ ਸੀ ਗੱਲ। ਸਿਰਫ 2 ਮੰਗਾਂ ਦੇ ਸਾਡੀ 8 ਸੀ ਜਾਂ ਉਹਨਾਂ ਦੀ 8 ਸੀ, ਉਹ ਅੱਜ ਮੈਡਮ ਕਮਿਸ਼ਨਰ ਕੋਮਲ ਮਿੱਤਲ ਜੀ ਨੇ ਡਿਸਪਿਊਟ ਸੀ ਜਿਹੜਾ ਦੂਰ ਕਰ ਦਿੱਤਾ ਵਾ। ਉਹ ਕਿਹੜੀਆਂ ਸੀ 2 ਡਿਮਾਂਡਸ ਜਿਹੜੀਆਂ ਤੁਹਾਡੀ ਜਿਹੜੀ ਸੀ? ਇਸ ਤਰ੍ਹਾਂ 4 ਪਾਣੀ ਦੇ ਟੈਂਕਰ ਸੀ, ਇੱਕ ਟੋਚਨ ਸੀ ਤੇ 12 ਡੰਪਰ ਪਲੇਸਰ ਦਾ ਜਿਹੜਾ ਮਸਲਾ ਸੀ ਉਹ ਮੈਡਮ ਵੱਲੋਂ ਹੱਲ ਕਰ ਦਿੱਤਾ ਗਿਆ, ਕਿਉਂਕਿ ਅਫਸਰਾਂ ਨੂੰ ਵੱਖ-ਵੱਖ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਨੇ ਵੀ ਇਹਨਾਂ ਦਾ ਇੱਕ ਰਿਜ਼ਿਊਮ ਬਣਾ ਲਿੱਤਾ ਜਾਵੇ ਜਿੱਥੇ ਜਿੱਥੇ ਲੋੜ ਆ ਸ਼ਹਿਰਦਾਰੀ ਦੇ ਵਿੱਚ, ਜਿੱਥੇ ਕੂੜਾ ਜ਼ਿਆਦਾ ਵਾ ਤੇ ਜਾਂ ਜਿੱਥੇ ਕੰਪਲੀਟਸ ਨੇ ਉਸ ਜਗ੍ਹਾ ਤੇ ਇਹਨਾਂ ਦੇ ਡੰਪਰ ਪਲੇਸਰ ਲਗਾ ਕੇ ਸ਼ਹਿਰਦਾਰੀ ਨੂੰ ਚਲਾਇਆ ਜਾਵੇ। ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਜਿਹੜਾ 72 ਘੰਟੇ ਦਾ ਨੋਟਿਸ ਦਿੱਤਾ ਗਿਆ ਸੀ ਕਮਿਸ਼ਨਰ ਸਾਹਿਬ ਨੂੰ ਤੇ ਉਹ ਵਾਪਸ ਲੈ ਲਿਆ ਹੁਣ? ਜੀ ਜਿਹੜਾ 72 ਘੰਟੇ ਦੇ ਨੋਟਿਸ ਦਾ ਸਵਾਲ ਸੀ ਉਹ ਮੁਲਾਜ਼ਮਾਂ ਦੇ ਹੱਕ ਪ੍ਰਤੀ ਸੀ। ਅੱਜ ਮੁਲਾਜ਼ਮਾਂ ਦੇ ਹੱਕ ਪ੍ਰਤੀ ਸਾਰੀਆਂ ਮੰਗਾਂ ਨੂੰ ਜਾਇਜ਼ ਤੇ ਅਸੀਂ ਉਹਨੂੰ ਖਾਰਜ ਕਰਦੇ ਹਾਂ। ਤੇ ਕੱਲ ਤੋਂ ਤੁਸੀਂ ਰੈਗੂਲਰ ਸਫਾਈ ਵੀ ਕਰਾਓਗੇ ਤੇ ਜੋ ਵੀ ਕੂੜੇ ਦੇ ਸਫਾਈ ਕਰਾਓਗੇ ਪੂਰੇ ਸ਼ਹਿਰ ਦੀ? ਦੇਖੋ ਜੀ, ਗੁਰੂ ਨਗਰੀ ਦੀ ਸੇਵਾ ਵਾਸਤੇ ਮੁਲਾਜ਼ਮ ਵਚਨਬੱਧ ਨੇ। ਮੁਲਾਜ਼ਮਾਂ ਨੇ ਹਮੇਸ਼ਾ ਹੀ ਗੁਰੂ ਨਗਰੀ ਦੇ ਲੋਕਾਂ ਦੇ ਹੱਥ ਲਈ ਕੰਮ ਕੀਤਾ, ਗਾਂ ਵੀ ਕਰਦੇ ਰਹਿਣਗੇ। ਜਦ ਵੀ ਮੈਡਮ ਦਿਸ਼ਾ ਨਿਰਦੇਸ਼ ਕੋਈ ਲਗਾਉਣਗੇ, ਮੁਲਾਜ਼ਮ ਗੁਰੂ ਨਗਰੀ ਦੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਨੇ। ਵਿਨੋਦ ਬਿੱਟਾ ਜੀ, ਤੁਸੀਂ ਕੁਝ ਕਹਿਣਾ ਚਾਹੋ? ਕੱਲ ਜਿਹੜੀ ਸਾਡੀ ਮੀਟਿੰਗ ਹੋਈ ਸੀ ਕਮੇਟੀ ਦੇ ਨਾਲ, ਉਹ ਕਮੇਟੀ 'ਚ ਨਾ ਕੁਛ ਤੇ ਮੈਂਬਰ ਨਹੀਂ ਸੀ ਹੈਗੇ, ਕੁਛ ਉਹਨਾਂ ਨੇ ਪੂਰੀ ਜਾਣਕਾਰੀ ਨਹੀਂ ਸੀ ਤੇ ਕੱਲ ਤੇ ਉਹਨਾਂ ਨੇ ਅੜ ਗਿਆ ਸੀ ਕੰਮ ਸਾਡਾ। ਕੋਈ ਸਾਡੀਆਂ ਤਕਰੀਬਨ ਮੰਗਾਂ ਮੰਨ ਲਈਆਂ ਸੀ ਉਹਨਾਂ ਨੇ। ਜੇ ਇੱਕ ਸੀ ਸਾਡੀ ਹੈਗੀ ਜਿਹੜੀ ਛੁੱਟੀਆਂ ਦੇ ਪੈਸਿਆਂ ਦੀ, ਜਿਹੜੇ ਅਗਸਤ ਛੁੱਟੀਆਂ ਆਉਂਦੀਆਂ, ਉਹ ਸਾਡਾ ਹੌਸ 'ਚ ਮਤਾ ਪਾ ਕੇ ਉਹਨਾਂ ਨੇ ਪਾਸ ਕਰ ਦਿੱਤਾ। ਦੂਸਰਾ ਹੀ ਸਾਡਾ ਪੀਐਫ ਦਾ ਉਹਨਾਂ ਨੇ ਸਾਡੇ ਕੋਲ ਮਹੀਨੇ ਦਾ ਟਾਈਮ ਲਿੱਤਾ ਸੀ, ਅਸੀਂ 2 ਮਹੀਨੇ ਦਾ ਦਿੱਤਾ। ਉਹ ਸਾਰਿਆਂ ਦੇ ਮੁਲਾਜ਼ਮਾਂ ਦੀਆਂ ਕਾਪੀਆਂ ਬਣ ਰਹੀਆਂ ਵੀ 1 ਹਫ਼ਤੇ ਦੇ ਵਿੱਚ ਅਸੀਂ ਕਾਪੀਆਂ ਦੇਣੀਆਂ ਸ਼ੁਰੂ ਕਰ ਦਾਂਗੇ ਹੌਲੀ ਹੌਲੀ। ਜਿਹੜਾ ਦੂਸਰਾ ਹੈਗਾ ਸੀ ਈਪੀਐਫ ਤੇ ਔਰ ਈਪੀਐਫ ਦਾ ਹੈਗਾ ਸੀ, ਉਹ ਵੀ ਉਹਨਾਂ ਨੇ ਕਿਹਾ ਤਾਂ ਵੀ ਤੁਹਾਡੇ ਜਿਹੜੇ ਹਰ ਮੁਲਾਜ਼ਮ ਨੂੰ ਉਹਦਾ ਈਪੀਐਫ ਦਾ ਨੰਬਰ ਦੇ ਕੇ ਉਹਨਾਂ ਨੂੰ ਦੱਸਿਆ ਜਾਏਗਾ ਵੀ ਕਿੰਨੇ ਕਿੰਨੇ ਤੁਹਾਡੇ ਪੈਸੇ ਖਾਤਿਆਂ ਦੇ ਵਿੱਚ ਹੈਗੇ। ਇਹ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਬਹੁਤ ਅਹਿਮੀਅਤ ਰੱਖਦੀਆਂ ਸਫਾਈ ਸੇਵਕਾਂ ਵਾਸਤੇ। ਜਿਹੜਾ ਅੱਜ ਤੱਕ ਕਿਸੇ ਕਾਰਪੋਰੇਸ਼ਨ 'ਚ ਅਗਸਤ ਛੁੱਟੀ ਦੇ ਪੈਸੇ ਨਹੀਂ ਮਿਲੇ ਕਦੀ, ਨਾ ਕਿਸੇ ਕਮੇਟੀ 'ਚ ਮਿਲਿਆ। ਅਸੀਂ ਮਾਨਯੋਗ ਮੇਅਰ ਸਾਹਿਬ ਦਾ ਤੇ ਮੈਡਮ ਕੋਮਲ ਮਿੱਤਲ ਜੀ ਦਾ ਤੇ ਸਾਰੀ ਜਿਹੜੀ 85 ਦੇ 85 ਕੌਂਸਲਰਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ अगस्त छुट्टी ਨੂੰ पास करके पैसों की उन्होंने कहा भी अपने लो। धन्यवाद। ये थे यूनियन के नेता विनोद बिट्टा और आशू नाहर। इनका कहना है कि जो भी मांगे इनकी ओर से एक पूरा मेमोरेंडम बनाकर निगम कमिश्नर और मेयर करमजीत सिंह रिंटू को दिया गया था, उसी को लेकर एक कमेटी भी बनाई गई थी। एक दिन पहले जो कमेटी की बैठक होती है उसमें तमाम मांगे नहीं मानी गई थी, इसीलिए इन्होंने आज सुबह हड़ताल की चेतावनी दी थी। आज फिर से नगर निगम कमिश्नर की अध्यक्षता में एक बैठक हुई है, इनकी तमाम मांगों को मान लिया गया है। अब इन्होंने जो हड़ताल करने की बात कही थी उसे वापस ले लिया गया है। अब इसी को लेकर हम बात करेंगे सीनियर डिप्टी मेयर और मैडम कोमल मित्तल के साथ, उनका क्या कहना है। हमारे साथ हैं सीनियर डिप्टी मेयर रमन बख्शी। नगर निगम कर्मचारियों और जो खींचतान चल रही थी निगम के बीच, आज उसे सुलझा लिया गया है। इनसे बात करते हैं। रमन जी नमस्कार। नमस्कार। D4 चैनल में आपका बहुत बहुत स्वागत, आपका धन्यवाद। आपने अच्छा रमन जी, ਅੱਜ ਕੀ ਮਸਲਾ ਸੀਗਾ? ਕਾਫੀ ਦਿਨਾਂ ਤੋਂ ਇਹ ਚੱਲ ਰਿਹਾ ਸੀ, ਇੱਕ ਖਿੱਚਤਾਨ ਜੀ ਚੱਲਣ ਰਹੀ ਸੀਗੀ। ਨਗਰ ਨਿਗਮ ਕਰਮੀਆਂ ਨੇ ਸਵੇਰੇ ਕਿਹਾ ਵੀ ਸੀ ਹੜਤਾਲ ਕਰ ਦੇਣੀ। ਕੀ ਰੀਜ਼ਨ ਸੀਗਾ ਵੀ ਇਹ ਖਿੱਚਤਾਨ ਚੱਲ ਰਹੀ ਸੀਗੀ? ਦੇਖੋ, ਕੋਈ ਖਿੱਚਤਾਨ ਨਹੀਂ ਸੀਗੀ। ਜਿਹੜੀਆਂ ਯੂਨੀਅਨਾਂ ਆ ਉਹਨਾਂ ਦਾ ਹੱਕ ਆ ਮੁਲਾਜ਼ਮਾਂ ਦੀ ਗੱਲ ਕਰਨੀ। ਕਈ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਬਹੁਤ ਜ਼ਿਆਦਾ ਜਾਇਜ਼ ਸੀਗੀਆਂ, ਜਿੱਦਾਂ ਪ੍ਰੋਵੀਡੈਂਟ ਫੰਡ ਨੂੰ ਲੈ ਕੇ, ਉਹਦੇ ਨਾਲ ਸੀਪੀ ਜਿਹੜਾ ਕੰਪਿਊਟਰ ਪ੍ਰੋਵੀਡੈਂਟ ਫੰਡ ਆ ਉਹਨੂੰ ਲੈ ਕੇ, ਈਪੀਐਫ ਨੂੰ ਲੈ ਕੇ, ਉਹਦੇ ਨਾਲ 800 ਜਿਹੜੀ ਮੁਲਾਜ਼ਮਾਂ ਦੀ ਪੋਸਟ ਖਾਲੀ ਆ ਉਹਨੂੰ ਲੈ ਕੇ, ਉਹ ਬਹੁਤ ਜਾਇਜ਼ ਮੰਗਾਂ ਸੀ। ਉਸ ਤੋਂ ਇਲਾਵਾ ਜਿਹੜੀਆਂ ਹੁਣ ਜਿਸ ਤਰੀਕੇ ਨਾਲ ਕੰਪਨੀ ਆ ਗਈ ਆ, ਕੋਈ ਜਿਹੜੀ ਮਸ਼ੀਨਰੀ ਐਕਸੈਸ ਸੀ ਉਹਦੇ ਨਾਲ 61 ਮਸ਼ੀਨਰੀ ਜਿਹੜੀ ਸੀਗੀ ਅਸੀਂ ਕੰਡਮ ਕਰਨੀਆਂ ਸੀਗੀਆਂ, ਪਰ ਕਈ ਚੀਜ਼ਾਂ ਦਾ ਉਹਨਾਂ ਨੂੰ ਭੁਲੇਖਾ ਸੀਗਾ ਵੀ ਸ਼ਾਇਦ, ਪਰ ਉਹਨਾਂ ਨੂੰ ਕਈ ਭੁਲੇਖੇ ਉਹਨਾਂ ਦੇ ਨਿਕਲ ਗਏ। ਕਈ ਜਿਹੜੇ ਮਗਾਲਤੇ ਜਿਹੜੀ ਕਈ ਚੀਜ਼ ਸਮਝਣ ਦੀਆਂ ਕਮੇਟੀ ਨੂੰ ਵੀ ਮਿਲੀਆਂ, ਪਰ 2-3 ਮੀਟਿੰਗਾਂ ਤੋਂ ਬਾਅਦ ਸਾਰਾ ਕੁਝ ਸਟ੍ਰੀਮਲਾਈਨ ਹੋ ਗਿਆ ਸੀ। ਕੱਲ੍ਹ ਵੀ ਸਾਰਾ ਕੁਝ ਹੋ ਗਿਆ ਸੀ, ਪਰ 72 ਘੰਟੇ ਦੇ ਨੋਟਿਸ ਕਰਕੇ
ਅੱਜ ਸਾਰਾ ਕੁਝ ਲਿਖਤੀ ਰੂਪ 'ਚ ਹੋਣਾ ਸੀਗਾ ਤੇ ਅੱਜ ਕਮਿਸ਼ਨਰ ਸਾਹਿਬ ਨੇ ਬੈਠ ਕੇ ਜਿਹੜਾ ਥੋੜਾ ਬਹੁਤਾ ਫਰਕ ਸੀ ਉਹ ਕਲੀਅਰ ਕਰਤਾ। ਸਾਰਾ ਕੁਝ ਠੀਕ ਹੋ ਗਿਆ, ਸਾਰੀਆਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਤੇ ਉਹ ਵੀ ਖੁਸ਼ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਵੀ ਸਾਫ਼ ਹੋਊਗਾ, ਕਾਰਪੋਰੇਸ਼ਨ ਦਾ ਵੀ ਫਾਇਦਾ ਹੋਊਗਾ ਤੇ ਮੁਲਾਜ਼ਮਾਂ ਦੇ ਹੱਕਾਂ ਦੀ ਗੱਲ ਵੀ ਹੋਊਗੀ। ਰਮਨ ਜੀ, ਜਿਹੜੀਆਂ 61 ਗੱਡੀਆਂ ਦੀ ਕੰਡਮ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਕੀ ਉਹ ਕੰਡਮ ਨਹੀਂ ਕੀਤੀਆਂ ਜਾਣਗੀਆਂ ਹੁਣ? ਬਿਲਕੁਲ ਕੀਤੀਆਂ ਗਈਆਂ ਕੰਡਮ, ਕਿਉਂਕਿ ਉਹਨਾਂ ਦੀ ਆਰਸੀ ਵੀ ਨਹੀਂ ਬਣ ਸਕਦੀ, ਇੰਸ਼ੋਰੈਂਸ ਵੀ ਨਹੀਂ ਹੋ ਸਕਦੀ। ਕੱਲ ਨੂੰ ਕੋਈ ਮਿਸ ਹੈਪਨਿੰਗ ਹੋ ਗਈ ਕਾਰਪੋਰੇਸ਼ਨ ਦੇ ਸਿਰ ਤੇ ਜਾਂ ਜਿਹੜਾ ਮੁਲਾਜ਼ਮ ਉਹਨੂੰ ਚਲਾ ਰਿਹਾ ਹੋਏਗਾ ਉਹਦਾ ਬੜਾ ਵੱਡਾ ਨੁਕਸਾਨ ਹੋ ਜਾਣਾ। ਉਹਨਾਂ ਨੂੰ ਵੀ ਦੱਸਤਾ ਵੀ ਸਮਾਰਟ ਸਿਟੀ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਸ਼ੀਨਰੀ ਆ ਰਹੀ ਆ, ਪਰ ਆ ਜਾਣੀ ਸੀ ਇਸ ਵੇਲੇ ਤੱਕ, ਪਰ ਸਟੇਜ 4 ਤੋਂ ਜਿਹੜਾ ਸਟੇਜ 6 ਵਾਲਾ ਇਸ਼ੂ ਬਣ ਗਿਆ ਉਹਦੇ ਕਰਕੇ ਜਿਹੜੇ ਪੈਸਿਆਂ ਦਾ ਫਰਕ ਪੈ ਗਿਆ, ਉਹਦੇ ਕਰਕੇ 2-3 ਮਹੀਨੇ ਲੇਟ ਆ। ਉਹ ਆ ਜਾਏਗੀ, ਉਹ ਪੂਰੀ ਹੋ ਜਾਊਗੀ। ਪਰ ਇਹ 61 ਜਿਹੜੀਆਂ ਗੱਡੀਆਂ ਖਰਾਬ ਹੋਈਆਂ ਉਹਨਾਂ 'ਚੋਂ ਜੇ ਕੋਈ 2-4 ਦੀ ਲੋੜ ਹੋਈ, ਕਿਉਂਕਿ ਜੇ ਉਹ ਮਸ਼ੀਨਰੀ ਆਉਣ ਤੱਕ ਉਹ ਵਰਤੀਆਂ ਜਾਣਗੀਆਂ, ਅਦਰਵਾਈਜ਼ ਉਹ 61 ਮਸ਼ੀਨਰੀ ਜਿਹੜੀ ਆ ਉਹ ਆਪਾਂ ਕੰਡਮ ਹੀ ਕਰ ਰਹੇ। ਮਤਲਬ ਉਹ 15 ਸਾਲ ਪੁਰਾਣੀ ਹੋ ਚੁੱਕੀ ਮਸ਼ੀਨਰੀ ਜਿਹੜੀ 15 ਸਾਲ ਤੋਂ ਭਾਵੇਂ 14.5 ਸਾਲ ਹੋਏ ਉਹ ਨਹੀਂ ਕੰਡਮ ਹੋਊਗੀ। ਜਿਹੜੇ 12 ਡੰਪਰ ਪਲੇਸਰ ਦੀ ਉਹ ਗੱਲ ਕਰਦੇ ਸੀ ਉਹਨਾਂ ਦੇ 12 ਦੇ 12 ਹੀ ਚੱਲਣਗੇ, ਪਰ ਜਿਹੜਾ ਉਹਨਾਂ ਦਾ ਨੇਚਰ ਆਫ ਵਰਕ ਆ, ਜਿੰਨੇ ਸਫਾਈ 'ਚ ਜ਼ਰੂਰਤ ਉਹ ਲਾ ਲਏ ਜਾਣਗੇ, ਜਿਹੜੇ JCBਆਂ ਨਾਲ ਲਾਦੇ ਜਾਣਗੇ, ਕੁਝ ਜਿਹੜੇ ਆ ਸਟੇਟ ਨਾਲ ਲਾ ਕੇ ਉਹ ਸਾਰੇ 12 ਦੇ 12 ਹੀ ਚੱਲਣਗੇ। ਤੇ ਕੁਝ ਤੁਸੀਂ ਹੋਰ ਕਹਿਣਾ ਚਾਹੋ? ਕੋਈ ਨਹੀਂ, ਬਹੁਤ ਵਧੀਆ ਮਾਹੌਲ 'ਚ ਹੋਈ ਇਹ, ਜਿਹੜਾ ਇੱਕ ਬਹੁਤ ਵਧੀਆ ਐਕਸਰਸਾਈਜ਼ ਹੈ। ਜਦੋਂ ਜਿਹੜੀ ਕੋਈ ਮੁਸ਼ਕਲ ਆ ਰਹੀ ਆ ਉਹਦਾ ਮਿਲ ਬੈਠ ਕੇ ਜਦੋਂ ਹੱਲ ਹੁੰਦਾ ਆ ਤੇ ਆਦਮੀ ਜਿਹੜਾ ਆ ਬੜੇ ਹੌਸਲੇ ਨਾਲ ਕੰਮ ਕਰਦਾ। ਮੁਲਾਜ਼ਮ ਜਿਹੜੇ ਖਾਸ ਕਰਕੇ ਸਫਾਈ ਸੇਵਕ ਆ, ਇਹ ਕਾਰਪੋਰੇਸ਼ਨ ਦੀ ਰੀੜ੍ਹ ਦੀ ਹੱਡੀ ਆ। ਜੋ ਇਹਨਾਂ ਨੇ ਕਾਰਪੋਰੇਸ਼ਨ ਦਾ ਸਿਰ ਕਰੋਨਾ ਦੇ ਵਿੱਚ ਉੱਚਾ ਕੀਤਾ, ਮੈਂ ਸਮਝਦਾ ਵੀ ਇਸ 5 ਸਾਲ ਦੇ ਜਿਹੜਾ ਪੀਰੀਅਡ ਆ ਨਗਰ ਨਿਗਮ ਦਾ ਜਿਹੜੇ ਹਾਊਸ ਦਾ, ਉਹਦੇ ਵਿੱਚ ਜੇ ਅੱਜ ਤੱਕ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ ਇਹਨਾਂ ਦਾ ਨਗਰ ਨਿਗਮ ਦੇ ਮੁਲਾਜ਼ਮਾਂ ਦਾ, ਖਾਸ ਕਰਕੇ ਸਫਾਈ ਸੇਵਕਾਂ ਦਾ। ਉਹ ਟਾਈਮ ਹੈ ਜਦੋਂ ਇਹਨਾਂ ਨੇ ਕਰੋਨਾ ਦੇ ਵਿੱਚ ਕੰਮ ਕੀਤਾ। ਉਹ ਵੇਲਾ ਸੀਗਾ ਜਦੋਂ ਕੋਈ ਹੱਥ ਨੂੰ ਹੱਥ ਨਹੀਂ ਸੀ ਮਿਲਾਉਂਦਾ ਤੇ ਇਹ ਲੋਕਾਂ ਦੇ ਘਰੋਂ ਕੂੜਾ ਚੁੱਕਦੇ ਸੀਗੇ, ਸੀਵਰ ਦੇ ਵਿੱਚ ਜਾ ਕੇ ਵੀ ਸਫਾਈ ਕਰਦੇ ਸੀ, ਜਦੋਂ ਕਿ ਉੱਥੋਂ ਕਰੋਨਾ ਪੀੜਤਾਂ ਦਾ ਵੀ ਜਿਹੜੀ ਵੇਸਟ ਸੀ ਉਹ ਵੀ ਆ ਰਹੀ ਸੀ। ਇਸ ਗੱਲ ਲਈ ਇਹ ਬਹੁਤ ਵੱਡੇ ਯੋਧੇ ਆ ਜਿਨ੍ਹਾਂ ਨੇ ਕਾਰਪੋਰੇਸ਼ਨ ਦਾ ਸਿਰ ਉੱਚਾ ਕੀਤਾ। ਇਹਨਾਂ ਦੀ ਕੋਈ ਵੀ ਜਿਹੜੀ ਐਸੀ ਗੱਲ ਜਿਹੜੀ ਇਹਨਾਂ ਦੀ ਇੱਛਾ ਦੇ ਖਿਲਾफ है वो नहीं होने देती जाएगी। धन्यवाद हमारे साथ बात करने के लिए। अब बात करेंगे निगम की कमिश्नर कोमल मित्तल के साथ। हमारे साथ हैं नगर निगम की कमिश्नर कोमल मित्तल। आखिरकार इनसे बात करेंगे क्यों ये बार बार ये समस्या पैदा होती है, बार बार चेतावनी दी जाती है कि हड़ताल करेंगे। नमस्कार मैडम। नमस्कार जी। थोड़ा बताएंगे इस बार क्या मसला हुआ था, क्या ज़रूरत पड़ी इन कर्मचारियों की ओर से हड़ताल की चेतावनी दे दी गई? देखिए, थोड़ा मैं कहूँगी कि हमारी तरफ से मिसकम्युनिकेशन था या जो भी बात थी। जो आज भी मीटिंग करी गई उसमें मेन मुद्दा था हमारे कोई 11 डंपर प्लेसर हैं और कुछ हमारे पानी के टैंकर वगैरह जो छिड़काव के लिए यूज़ होते हैं। तो इनको आज मीटिंग में यही कहा गया है कि हमने गाड़ियाँ कोई बंद नहीं करी है, सिर्फ जहाँ पर जो रिक्वायरमेंट है उसके हिसाब से चलाई जाएंगी। हम लोगों ने अभी हेल्थ ऑफिसर से फ्रेश रिक्वायरमेंट लिए कि शहर में जितने बिन्स हैं उसके हिसाब से कितने डंपर प्लेसर चलने चाहिए, वो इन्होंने रिपोर्ट दी है, वो कमेटी मेंबर्स के साथ आज शेयर करी गई है। और साथ ही साथ हमें कुछ डंपर प्लेसर चाहिए जो हम कन्वर्ट करके JCBs के साथ चला लेंगे, जिसके लिए कमेटी मेंबर एग्री हुआ है। तो कुल मिला के गाड़ियाँ हम बंद नहीं कर रहे, सिर्फ उनका यूज़ थोड़ा सा चेंज किया जा रहा है, क्योंकि शहर के देखिए हालात भी बदल गए हैं। पहले बड़े बिन्स पूरे शहर में पड़े होते थे, अब एक कंपनी है जिसको बाहर का सारा काम सौंपा गया, तो उस हिसाब से सिर्फ थोड़ा रैशनलाइजेशन करा गया। पर हाँ, ये जो बात कही जा रही है बार बार कि नई गाड़ियों को कंडम करा जा रहा है, बंद करी जा रही है, इस तरह की कोई बात नहीं है। वो सभी यूनियन मेंबर्स को भी आज बड़े अच्छे से क्लैरिफाई कर दिया गया है। मतलब आप कहें, अगर कहें तो बात ये सारा मामला मिसकम्युनिकेशन हो गया था, ये सारा कुछ आप ही लगा लीजिए, हमने शायद अच्छे से कम्युनिकेट नहीं करा, इनको लगा कि हम गाड़ियाँ बंद कर रहे हैं, पर बंद नहीं कर रहे। इनके भी डिमांड जेन्युइन है कि जहाँ गाड़ियाँ चलनी चाहिए वहाँ चलाई जाएगी। सबसे टॉप प्रायोरिटी हमारे लिए शहर की सफाई की व्यवस्था है, जिसको बिल्कुल मेंटेन रखा जाएगा। तो इन्होंने ये वापस ले लिया जो आपको 72 आवर्स का नोटिस लिया था कि हम नहीं करेंगे, तो वापस ले लिया गया? कि सभी डिमांडों पर जो इनके नोटिस में जो भी डिमांड्स थी वो कल ही कमेटी मेंबर्स के साथ मीटिंग हो गई थी और एक एक डिमांड पर चर्चा हुई है, जिसके लिए कुछ डिमांड्स के लिए हमने टाइम मांगे, काम ऑलरेडी चल रहा है, और कुछ डिमांड्स ऐसी हैं जो इमीडिएटली पूरी कर दी गई हैं। वो सारे इश्यूज़ पहले ही कल ही रिजॉल्व हो चुके थे। अच्छा, काफ़ी बार बात चली उठती है जी, वहाँ पर CCTV कैमरे लगाए जाएंगे ऑटो वर्कशॉप में, और भी सारा उसको उसकी पूरी मेंटेनेंस उसकी की जाएगी, पूरा रिपोर्ट उसकी तैयार की जाएगी। वो कहाँ तक पहुँचा है? वो देखिए, CCTV कैमरा ऑलरेडी लगा दिए गए हैं, काफ़ी पहले लगा दिए गए हैं। साथ ही रिपेयर मेंटेनेंस तो एक ऑनगोइंग काम है जो चल रहा है अभी भी, और आगे आने वाले टाइम में भी और भी काम करे जाएंगे। बाउंड्री वॉल हमने ऊंची कराई है, कुछ कमरा हमने रेनोवेट कराया है, कुछ और इनकी डिमांड है कि टाइल्स लगाई जाएं और शौचालय बनाया जाए, जिसके ऊपर काम, शौचालय पर काम शुरू हो चुका है और टाइल्स पर भी जल्दी शुरू कर दिया जाएगा। आप कुछ और कहना चाहें?
मैं बस यही कहना चाहूँगी, नगर निगम एक बहुत बड़ा परिवार है। इतने बड़े परिवार में कहीं कुछ मतभेद होना और ये लड़ाइयाँ होना बड़ी आम बात है, पर एक परिवार की तरह ही हमने बैठकर हमेशा पहले भी सारे इश्यूज रिजॉल्व करें और अब भी ये इशू रिजॉल्व करें। धन्यवाद हमारे साथ बात करने के लिए। ये थे मैडम कोमल मित्तल, निगम की कमिश्नर हैं। इनका कहना है कि जो भी सफाई कर्मचारियों की मांगे थी उन्हें मान लिया गया है। थोड़ा कम्युनिकेशन गैप था जिसे दूर कर लिया गया है। अब शहर की सफाई व्यवस्था को जारी रखा जाएगा। निगम जो मुलाजिम हैं वो भी सफाई करना बंद नहीं करेंगे। अमृतसर से D4 न्यूज़ के लिए दीपक भंडारी की खास रिपोर्ट।